ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ, ਗਿਆਨ ਦੇ ਸਾਗਰ, ਨਿਮਰਤਾ ਦੇ ਪੁੰਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲਿਓ, ਵਡਭਾਗੇ ਹੋ ਜੋ ਕਿ ਸਤਿਗੁਰਾਂ ਦੇ ਦਰ 'ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠ ਕਰਕੇ ਹਰ ਜਸ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਆਪ ਸਭ ਸਰਵਣ ਕਰਕੇ। ਸੋ ਲੜੀਵਾਰ ਚੱਲ ਰਹੀ ਸ਼੍ਰੀ ਆਨੰਦ ਸਾਹਿਬ ਜੀ ਦੀ ਬਾਣੀ, ਸਤਿਗੁਰਾਂ ਦੀ ਮਿਹਰ ਦੇ ਸਦਕਾ 39 ਪੌੜੀਆਂ ਤੱਕ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਵਿਚਾਰ ਕੀਤੀ ਸੀ। ਅੱਜ ਅਖੀਰਲੀ ਪੌੜੀ 40ਵੀਂ ਪੌੜੀ ਦੇ ਉੱਤੇ ਵਿਚਾਰ ਕਰਨੀ ਹੈ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ, ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਵੱਖ-ਵੱਖ ਸਮੇਂ ਤੋਂ ਇਸ ਪੌੜੀ ਦੇ ਹਰੇਕ ਪੰਕਤੀ ਦੇ ਅੰਦਰ ਪਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਕੀਤੀ ਸੀ। ਹਰ ਢੰਗ ਦੇ ਨਾਲ, ਹਰ ਤਰੀਕੇ ਦੇ ਨਾਲ ਆਨੰਦ ਤੱਕ ਪਹੁੰਚਣ ਦੀ ਕੋਈ ਨਾ ਕੋਈ ਜੁਗਤ ਗੁਰਦੇਵ ਪਾਤਸ਼ਾਹ ਨੇ ਦੱਸਣਾ ਕੀਤੀ ਸੀ। ਤੇ ਅੱਜ ਅਖੀਰਲੀ ਪੌੜੀ ਦੇ ਅੰਦਰ ਜਿਹੜੇ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ, ਉਹਨਾਂ ਦੇ ਉੱਤੇ ਕੀ ਕੀ ਗੁਰੂ ਪਾਤਸ਼ਾਹ ਦੀ ਰਹਿਮਤ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਕਿੰਨੀ ਕੁ ਰਹਿਮਤ ਉਹਨਾਂ ਦੇ ਉੱਤੇ ਕਰਦੇ ਨੇ ਜਿਹੜੇ ਆਨੰਦ ਦੀ ਬਾਣੀ ਨੂੰ ਪੜ੍ਹਦੇ ਨੇ, ਆਨੰਦ ਸਾਹਿਬ ਦੀ ਬਾਣੀ ਨੂੰ ਵਿਚਾਰਦੇ ਨੇ। ਗੁਰੂ ਪਾਤਸ਼ਾਹ ਕਿੰਨੀਆਂ ਕੁ ਰਹਿਮਤਾਂ ਕਰਦੇ ਨੇ। ਤੇ ਗੁਰਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨ ਸਾਹਿਬ ਸਮਝਾਉਣਾ ਆਰੰਭ ਕਰਨ ਲੱਗੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਹਿਲਾ ਸ਼ਬਦ ਆਇਆ ਆਨੰਦ ਸੁਣੋ ਵਡਭਾਗੀ ਹੋ। ਜਿਹੜਾ ਸ਼ਬਦ ਹੀ ਆਨੰਦ ਆ, ਆਨੰਦ ਤੋਂ ਭਾਵ ਹੈ ਮਹਿਮਾ ਵਡਿਆਈ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਜਦੋਂ ਅਭੇਦ ਹੋ ਜਾਈਦਾ ਹੈ। ਉਹ ਖੁਸ਼ੀ, ਉਹ ਹੁਲਾਸ ਜਦੋਂ ਹਿਰਦੇ ਦੇ ਅੰਦਰ ਪੈਦਾ ਹੁੰਦਾ ਹੈ, ਉਮਾਹ ਪੈਦਾ ਹੁੰਦਾ ਹੈ, ਚਾਉ ਪੈਦਾ ਹੁੰਦਾ ਹੈ। ਜਿਸ ਚਾਉ ਨੂੰ, ਜਿਸ ਖੁਸ਼ੀ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਾ ਕੀਤਾ ਜਾ ਸਕਦਾ ਹੋਵੇ, ਉਸ ਨੂੰ ਆਨੰਦ ਆਖਿਆ ਜਾਂਦਾ ਹੈ।
ਕਿਉਂਕਿ ਆਮ ਤੌਰ ਦੇ ਉੱਤੇ ਘਰ ਦੇ ਵਿੱਚ ਖੁਸ਼ੀ ਆਵੇ ਤਾਂ ਅਸੀਂ ਉਸ ਖੁਸ਼ੀ ਨੂੰ, ਜਿਹੜੀ ਚੀਜ਼ ਨੂੰ ਮਾਣਦੇ ਪਏ ਆ, ਉਹ ਕਿਸੇ ਨਾ ਕਿਸੇ ਚੀਜ਼ ਦੇ ਨਾਲ ਤੁਲਨਾ ਕਰਕੇ ਜ਼ਰੂਰ ਆਖ ਦਿੰਦੇ ਆ। ਜੇਕਰ ਕੋਈ ਚੀਜ਼ ਮਿੱਠੀ ਚੀਜ਼ ਖਾਂਦੇ ਆ ਨਾ, ਤੇ ਆਮ ਤੌਰ ਦੇ ਉੱਤੇ ਅਸੀਂ ਕਹਿੰਦੇ ਸ਼ਹਿਦ ਨਾਲੋਂ ਵੀ ਮਿੱਠੀ ਹੈ, ਭਾਵ ਕਿ ਸਭ ਤੋਂ ਜ਼ਿਆਦਾ ਮਿੱਠਾ ਸ਼ਹਿਦ ਹੈ, ਤੇ ਸ਼ਹਿਦ ਦੇ ਨਾਲੋਂ ਵੀ ਮਿੱਠੀ ਹੈ ਉਹ ਚੀਜ਼। ਹੁਣ ਜਦੋਂ ਉਹ ਚੀਜ਼ ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਹਿਣ ਲੱਗੇ ਉਸੇ ਤਰੀਕੇ ਨਾਲ ਆਨੰਦ ਸ਼ਬਦ ਹੈ, ਆਨੰਦ ਨੂੰ ਕੋਈ ਕਿਸੇ ਸ਼ਬਦ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਤੇ ਕੇਵਲ ਮਹਿਸੂਸ ਕੀਤਾ ਜਾ ਸਕਦਾ, ਆਨੰਦ ਨੂੰ ਮਾਣਿਆ ਜਾ ਸਕਦਾ, ਆਨੰਦ ਦੇ ਨਾਲ ਜੁੜਿਆ ਜਾ ਸਕਦਾ। ਆਨੰਦ ਨੂੰ ਕੋਈ ਬਿਆਨ ਕਰਨਾ ਬਹੁਤ ਔਖਾ ਹੈ। ਤੇ ਸਾਹਿਬ ਕਹਿਣ ਲੱਗੇ ਆਨੰਦ ਸੁਣੋ ਵੱਡ ਭਾਗੀਓ। ਕਹਿਣ ਲੱਗੇ ਜਿਹਨੂੰ ਜਿੰਨਾ ਜਿੰਨਾ ਆਨੰਦ ਆਇਆ ਉਹਨੇ ਓਨਾ ਆਨੰਦ ਕਹਿਣ ਦਾ ਯਤਨ ਕੀਤਾ। ਜਿਹਨੂੰ ਜਿੰਨੀ ਜਿੰਨੀ ਉਹਦੀ ਅਵਸਥਾ ਪ੍ਰਾਪਤ ਹੋਈ ਓਨੀ ਉਹਨੇ ਬਿਆਨਣ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਇਹ ਨਹੀਂ ਆਖਿਆ ਕਿ ਮੈਨੂੰ ਇਸ ਤੋਂ ਵੀ ਘੱਟ ਹੈ ਜਾਂ ਵੱਧ ਹੈ। ਉਹ ਜਿੰਨੀ ਜਿਹਦੇ ਕੋਲ ਅਵਸਥਾ ਬੜੀ ਉਹਨੇ ਓਨੀ ਕਹਿ ਦਿੱਤੀ। ਆਨੰਦ ਸੁਣੋ ਵੱਡ ਭਾਗੀਓ। ਇਹ ਗੁਰਸਿੱਖ ਪਿਆਰ ਵਾਲਿਓ, ਜਦੋਂ ਆਨੰਦ ਸਾਹਿਬ ਜੀ ਦੀ ਬਾਣੀ ਸੁਣੋਗੇ, ਆਨੰਦ ਸਾਹਿਬ ਨੂੰ ਵਿਚਾਰੋਗੇ, ਆਨੰਦ ਸਾਹਿਬ ਦੀ ਵਿਚਾਰ ਨੂੰ ਸੁਣੋਗੇ, ਤੇ ਕੀ ਹੋਊਗਾ? ਸਗਲ ਮਨੋਰਥ ਪੂਰੇ। ਮਨ ਦੀਆਂ ਜਿੰਨੀਆਂ ਵੀ ਇੱਛਾਵਾਂ ਨੇ, ਮਨ ਦੇ ਜਿੰਨੇ ਵੀ ਮਨੋਰਥ ਨੇ, ਉਹ ਆਪਣੇ ਆਪ ਪੂਰੇ ਹੋ ਜਾਣਗੇ। ਕਿਉਂਕਿ ਮਨੋਰਥਾਂ ਵਾਸਤੇ ਅਸੀਂ ਭੱਜੇ ਫਿਰਦੇ ਹਾਂ ਨਾ, ਮਨੋਰਥਾਂ ਦੀ ਸਾਡੀ ਦੌੜ ਹੈ ਨਾ, ਇੱਛਾ ਸਾਡੀ ਮਨੋਰਥਾਂ ਦੇ ਉੱਤੇ ਅੜੀ ਹੋਈ ਹੈ ਨਾ, ਕਿ ਮੈਨੂੰ ਆ ਵੀ ਮੇਰੀ ਮਨੋਕਾਮਨਾ ਪੂਰੀ ਹੋ ਜਾਵੇ, ਮੇਰੀ ਮਨੋਕਾਮਨਾ ਆ ਵੀ ਪੂਰੀ ਹੋ ਜਾਵੇ। ਅਸੀਂ ਮਨੋਕਾਮਨਾਵਾਂ ਦੇ ਵਾਸਤੇ ਫਿਰ ਗੁਰੂ ਦੇ ਨਾਲ ਵੱਟੇ ਲਾਉਣੇ ਸ਼ੁਰੂ ਕਰ ਦਿੰਦੇ ਨੇ। ਮਨੋਰਥਾਂ ਦੇ ਵਾਸਤੇ ਸੱਚੇ ਪਾਤਸ਼ਾਹ ਮੈਨੂੰ ਆਹ ਦੇਵੇਂਗਾ ਤੇ ਮੈਂ ਤੇਰੇ ਨਾਲ ਆਹ ਕਰੂੰਗਾ, ਜੇ ਤੂੰ ਆਹ ਦੇਵੇਂਗਾ ਮੈਂ ਅਖੰਡ ਪਾਠ ਕਰਾਊਂਗਾ, ਆਹ ਦੇਵੇਂਗਾ ਮੈਂ ਸੁਖਮਨੀ ਸਾਹਿਬ ਕਰਾਵਾਂਗਾ। ਅਸੀਂ ਮਨੋਰਥਾਂ ਦੇ ਕਰਕੇ ਵੱਟੇ ਲੱਗਦੇ ਨਾ ਗੁਰੂ ਨਾਲ। ਤੇ ਗੁਰੂ ਆਖਦਾ ਕਿ ਭਲਿਆ ਤੈਨੂੰ ਗੁਰੂ ਦੇ ਨਾਲ ਸੱਟਾ ਜਾਂ ਵੱਟਾ ਲਾਉਣ ਦੀ ਲੋੜ ਨਹੀਂ। ਗੁਰੂ ਦੇ ਦਰ ਦੇ ਉੱਤੇ ਬਾਣੀ ਸੁਣਿਆ ਕਰ, ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ। ਤੇਰੀਆਂ ਸਾਰੀਆਂ ਇੱਛਾਵਾਂ, ਤੇਰੀਆਂ ਸਾਰੀਆਂ ਮਨੋਕਾਮਨਾਵਾਂ, ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਤੇ ਤੇਰੀਆਂ ਮਨੋਕਾਮਨਾਵਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ ਮੈਂ ਦੇਖੋ ਇਹ ਬੋਲ ਜਿਹੜੇ ਨੇ ਨਾ ਤੇ ਮੇਰੇ ਨੇ ਨਾ ਕਿਸੇ ਦੇ ਨੇ। ਗੁਰੂ ਵੀ ਇਹ ਗੱਲ ਆਖਦਾ ਹੈ ਕਿ ਇਹ ਮੇਰੇ ਬੋਲ ਨਹੀਂ, ਇਹ ਬਲਕਿ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਏ। ਇਹ ਪਰਮਾਤਮਾ ਦੇ ਬੋਲ ਨੇ। ਤੇ ਪਰਮਾਤਮਾ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਏ ਨੇ, ਉਹਨਾਂ ਦੀ ਕਲਮ ਤੋਂ ਲਿਖਵਾਏ ਨੇ। ਤੇ ਗੁਰਦੇਵ ਪਾਤਸ਼ਾਹ ਨੇ ਜੀ ਕਹਿਣ ਲੱਗੇ ਕਿ ਜਿਹੜੇ ਵੀ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਨਗੇ ਜਾਂ ਸੁਣਨਗੇ ਜਾਂ ਵਿਚਾਰਨਗੇ, ਆਨੰਦ ਸੁਣੋ ਵੱਡ ਭਾਗੀ ਹੋ। ਜਿਹੜੇ ਸੁਣਨਗੇ, ਪਹਿਲੀ ਗੱਲ ਸੁਣਨਗੇ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਪਾਰ ਬ੍ਰਹਮ, ਪਾਰਾਵਾਰ ਜਿਸ ਦਾ ਪਾਇਆ ਨਾ ਜਾ ਸਕਦਾ ਹੋਵੇ। ਪਾਰ ਬ੍ਰਹਮ ਤੋਂ ਭਾਵ ਹੈ ਉਹ ਪ੍ਰਭੂ ਪਰਮਾਤਮਾ ਜਿਹੜਾ ਕਿ ਪੂਰੇ ਬ੍ਰਹਿਮੰਡ ਦਾ ਮਾਲਕ ਹੋਵੇ, ਜਿਹਦਾ ਕੋਈ ਉਰਲਾ ਜਾਂ ਪਰਲਾ ਬੰਨਾ ਨਾ ਹੋਵੇ। ਅਸੀਂ ਦੀਵਾਰ ਕਰਦੇ ਹਾਂ, ਦੀਵਾਰ ਦੇ ਉਰਲਾ ਜਾਂ ਪਰਲਾ ਬੰਨਾ ਹੁੰਦਾ ਹੈ, ਲੇਕਿਨ ਪਾਰ ਬ੍ਰਹਮ ਜਿਹੜਾ ਸਾਰੇ ਬ੍ਰਹਿਮੰਡ ਦਾ ਮਾਲਕ ਹੈ, ਉਹਦੇ ਵਾਸਤੇ ਕੋਈ ਹੱਦਾਂ ਸਰਹੱਦਾਂ ਸੀਮਤ ਨਹੀਂ ਹੁੰਦੀਆਂ। ਕਿਉਂਕਿ ਉਹ ਹਰੇਕ ਦੇਸ਼ ਦੇ, ਹਰੇਕ ਜੀਵ ਦੇ, ਪੂਰੇ ਬ੍ਰਹਿਮੰਡ ਦੇ ਵਿੱਚ ਉਹ ਆਪ ਰਮਿਆ ਹੋਇਆ ਹੈ। ਹਰੇਕ ਜੀਵ ਦੇ ਵਿੱਚ ਉਹ ਆਪ ਵਿਰਾਜਮਾਨ ਹੈ।
ਤੇ ਸਾਹਿਬ ਕਹਿਣ ਲੱਗੇ ਜਦੋਂ ਉਹਦੀ ਗੱਲ ਕਰਾਂਗੇ, ਪਾਰ ਬ੍ਰਹਮ ਪ੍ਰਭ ਪਾਇਆ, ਪ੍ਰਭੂ ਦੇ ਦੁਆਰਾ ਜਦੋਂ ਪਾਰ ਬ੍ਰਹਮ ਦੇ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਵੇਗਾ ਤੇ ਉਸ ਪਾਰ ਬ੍ਰਹਮ ਦੀ ਸੋਝੀ ਹੋ ਜਾਊਗੀ। ਉਸ ਪ੍ਰਭੂ ਪਰਮਾਤਮਾ ਜਿਹੜਾ ਕੋਈ ਪਾਰਾਵਾਰ ਨਹੀਂ ਹੈ, ਪ੍ਰਭੂ ਪਰਮਾਤਮਾ ਨਾਲ ਮਿਲ ਕੇ ਸਾਰ ਹੀ ਉਸ ਦੇ ਲਖਾਇਕ ਹੋ ਜਾਵਾਂਗੇ, ਉਹਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵਾਂਗੇ। ਫਿਰ ਉਸ ਪਾਰ ਬ੍ਰਹਮ ਦੇ ਬਾਰੇ ਵਿੱਚ ਪਤਾ ਲੱਗੇਗਾ ਕਿ ਉਹ ਕਿੰਨਾ ਕੁ ਵੱਡਾ ਆ, ਉਹਦੀਆਂ ਸੀਮਾਵਾਂ ਕਿੰਨੀਆਂ ਕਰੇ, ਉਹਦੇ ਕਿੰਨੇ ਕੁ ਗੁਣ ਨੇ, ਕੀ ਉਹ ਕਰਦਾ ਪਿਆ ਹੈ। ਜਦੋਂ ਉਹਦੇ ਕੋਲ ਜਾਵਾਂਗੇ ਫਿਰ ਹੀ ਉਹਦੇ ਬਾਰੇ ਪਤਾ ਲੱਗੂਗਾ ਨਾ। ਤੇ ਜਦੋਂ ਉਹਦੇ ਕੋਲ ਗਏ ਹੀ ਨਾ, ਫਿਰ ਉਹਦੀਆਂ ਸੀਮਾਵਾਂ ਦਾ ਕਿੱਥੋਂ ਪਤਾ ਲੱਗਣਾ। ਤੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਦੋਂ ਪਰਮਾਤਮਾ ਮਿਲ ਗਿਆ, ਪਰਮਾਤਮਾ ਨਾਲ ਮਿਲਾਪ ਕੀਤਾ, ਤੇ ਜ਼ਿੰਦਗੀ ਦੇ ਜਿੰਨੇ ਵੀ ਵਸੂਰ ਨੇ, ਜਿੰਨੇ ਵੀ ਦੁੱਖ ਨੇ, ਦਲਿੱਦਰ ਨੇ, ਚਿੰਤਾ ਝੋਰੇ ਨੇ, ਸਾਰੇ ਦੂਰ ਹੋ ਜਾਣਗੇ, ਵਸੂਰੇ ਗਏ, ਦੂਰ ਹੋ ਗਏ। ਜਦੋਂ ਗੁਰੂ ਜਪਣਾ ਸ਼ੁਰੂ ਕਰ ਦਿੱਤਾ, ਬਾਣੀ ਪੜ੍ਹਨੀ ਸ਼ੁਰੂ ਕਰ, ਜਿਸ ਦਿਨ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਤੇ ਕੀ ਹੋਏਗਾ, ਸਾਰੇ ਦੁੱਖ ਦਲਿੱਦਰ ਵਸੂਰੇ ਜਾਣਗੇ, ਦੂਰ ਹੋ ਜਾਵਣਗੇ, ਚਿੰਤਾ ਝੋਰੇ ਖਤਮ ਹੋਣੇ ਸ਼ੁਰੂ ਹੋ ਜਾਵਣਗੇ। ਜਦੋਂ ਆਨੰਦ ਦੀ ਬਾਣੀ ਪੜ੍ਹਦੇ ਆਨੰਦ ਦੀ ਅਵਸਥਾ ਤੱਕ ਪਹੁੰਚੇ, ਤੇ ਜਦੋਂ ਆਨੰਦ ਦੀ ਬਾਣੀ ਪੜ੍ਹਾਂਗੇ ਤੇ ਆਨੰਦ ਦੇ ਵਿੱਚ ਖੋਂਦਿਆਂ ਉਸ ਪ੍ਰਮਾਤਮਾ ਨਾਲ ਮਿਲਾਪ ਕਰਦਿਆਂ ਉਹਦੇ ਵਿੱਚ ਅਭੇਦ ਹੋਵਾਂਗੇ। ਪਰ ਹੋਣਾ ਕੀ ਹੁੰਦਾ ਆ, ਜਦੋਂ ਵਸੂਰੇ ਗਏ ਫਿਰ ਕੀ ਹੋਇਆ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਦੇਖੋ ਗੁਰਦੇਵ ਪਾਤਸ਼ਾਹ ਆ ਤਿੰਨਾਂ ਪੰਕਤੀਆਂ ਦੇ ਵਿੱਚ ਸੁਣਨ ਦੀ ਹੀ ਗੱਲ ਕਰ ਰਹੇ ਨੇ। ਸਿਰਫ ਜਿਨ੍ਹਾਂ ਨੇ ਸੁਣਿਆ ਹੀ, ਇਕੱਲਾ ਆਨੰਦ ਸਾਹਿਬ ਜੀ ਦੀ ਬਾਣੀ ਜਿਨ੍ਹਾਂ ਨੇ ਸੁਣੀ ਉਹਨਾਂ ਦੇ ਉੱਤੇ ਕਿੰਨੀ ਅਵਸਥਾ ਰਹਿਮਤ ਹੋਈ। ਆਨੰਦ ਸੁਣੋ ਵੱਡ ਭਾਗੀ ਹੋ। ਪਹਿਲੀ ਗੱਲ ਇਹ ਸੁਣਨ ਦੀ ਗੱਲ ਕੀਤੀ ਕਿ ਆਨੰਦ ਸਾਹਿਬ ਜੀ ਦੀ ਬਾਣੀ ਸੁਣਨ ਦੇ ਨਾਲ ਕੀ ਹੋਏਗਾ, ਸਾਰੇ ਮਨੋਰਥ ਪੂਰੇ ਹੋ ਜਾਣਗੇ, ਸਗਲ ਮਨੋਰਥ ਪੂਰੇ। ਫਿਰ ਦੂਸਰੀ ਪੰਕਤੀ ਅੰਦਰ ਵੀ ਇਹੀ ਗੱਲ ਆਖੀ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਜਦੋਂ ਪ੍ਰਮਾਤਮਾ ਦੀ ਬਾਣੀ ਸੁਣੀ ਤੇ ਸਾਰੇ ਦੁੱਖ ਸੰਤਾਪ ਜਿਹੜੇ ਨੇ ਉਹ ਉਤਰ ਜਾਣਗੇ। ਫਿਰ ਤੀਸਰੀ ਪੰਕਤੀ ਅੰਦਰ ਵੀ ਇਹੀ ਗੱਲ ਆਖ ਰਹੇ ਨੇ ਕਿ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਹੁਣ ਦੁੱਖ ਰੋਗ, ਦੁੱਖ ਤੋਂ ਭਾਵੇਂ ਦੁੱਖ ਦੁਨੀਆਦਾਰੀ ਦੇ ਅੰਦਰ ਜਦੋਂ ਦੁੱਖਾਂ ਦੀ ਗੱਲ ਆਉਂਦੀ ਹੈ ਤੇ 4 ਪ੍ਰਕਾਰ ਦੇ ਦੁੱਖਾਂ ਦੀ ਗੱਲ ਆਉਂਦੀ ਹੈ। ਵਿਦਵਾਨਾਂ ਨੇ ਇਹਨਾਂ ਨੂੰ 4 ਪ੍ਰਕਾਰ ਦੇ ਦੁੱਖ ਮੰਨੇ ਨੇ, ਯਾਦ ਵਿਆਦ ਉਪਾਦ ਦੇ ਦੁੱਖ ਨੇ। ਤੇ ਜਦੋਂ ਰੋਗ ਦੀ ਗੱਲ ਆਉਂਦੀ ਹੈ, ਜਿਹੜੇ ਸਾਡੇ ਜੀਵਨ ਦੇ ਅੰਦਰ ਰੋਗ ਆਉਂਦੇ ਨੇ, ਤਕਲੀਫਾਂ ਆਉਂਦੀਆਂ ਨੇ, ਬਿਮਾਰੀਆਂ ਆਉਂਦੀਆਂ ਨੇ, ਉਹਨਾਂ ਦੀ ਗੱਲ ਕੀਤੀ ਹੈ। ਫਿਰ ਸੰਤਾਪ ਉਤਰੇ, ਜਿਹੜੇ ਸੰਤਾਪ ਤੋਂ ਭਾਵ ਹੈ ਜਿਹੜੇ ਸਾਡੇ ਜੀਵਨ ਦੇ ਅੰਦਰ ਸਾਡੇ ਨਾਲ ਸੰਤਾਪ ਸਾਡੇ ਉੱਤੇ, ਜਿਸ ਨੂੰ ਅਚਨਚੇਤ ਦੁੱਖ ਆਖ ਦਿੰਦੇ ਆ। ਸਾਡੇ ਜੀਵਨ ਦੇ ਅੰਦਰ ਜਦੋਂ ਕੋਈ ਅਚਨਚੇਤ ਆ ਜਾਂਦਾ ਆ, ਉਹ ਦੁੱਖ ਨੂੰ ਸੰਤਾਪ ਬੋਲਿਆ ਜਾਂਦਾ ਹੈ। ਤੇ ਸਾਹਿਬ ਕਹਿਣਗੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਕਿਹਦੇ ਨਾਲ ਉਤਰਨਾ ਆ? ਸੁਣਨ ਦੇ ਨਾਲ। ਕਿਹਦੇ ਸੁਣਨ ਦੇ ਨਾਲ? ਸੱਚੀ ਬਾਣੀ ਦਾ। ਆਮ ਤੌਰ 'ਤੇ ਅਸੀਂ ਪੜ੍ਹਦੇ ਹਾਂ ਨਾ, ਜਦੋਂ ਆਨੰਦ ਸਾਹਿਬ ਇਹਨੂੰ ਸੋਹਣੀ ਸੱਚੀ ਬਾਣੀ ਕਰਕੇ ਪੜ੍ਹ ਜਾਂਦੇ ਹਾਂ। ਖਿਮਾ ਕਰਨਾ, ਉਹ ਗਲਤ ਆ, ਕਿਉਂਕਿ ਜੋ ਸ਼ਬਦ ਲਿਖਿਆ ਸੁਣੀ ਸੱਚੀ ਬਾਣੀ, ਸੁਣਨ ਦੇ ਨਾਲ। ਬਾਣੀ ਨੂੰ ਜਦੋਂ ਸੁਣਾਂਗੇ ਤੇ ਸੁਣਨ ਦੇ ਨਾਲ ਕੀ ਹੋਏਗਾ, ਦੁੱਖ ਵੀ ਦਰਦ, ਦੁੱਖ ਵੀ ਯਾਦ ਵਿਆਦ ਉਪਾਦ ਦੇ 3 ਪ੍ਰਕਾਰ ਦੇ ਰੋਗ ਜਿਹੜੇ ਨੇ ਉਹ ਦੂਰ ਹੋ ਜਾਣਗੇ। ਰੋਗ ਸੰਤਾਪ ਉਤਰੇ, ਜਿੰਨੇ ਵੀ ਸੰਤਾਪ ਨੇ ਉਹ ਉਤਰ ਜਾਣਗੇ, ਦੁੱਖ ਦਲਿੱਦਰ ਉਤਰ ਜਾਣਗੇ।
ਤੇ ਜਦੋਂ ਉਤਰਨਗੇ ਤੇ ਉਹ ਉਤਰਨੇ ਤਾਂ ਹੀ ਜੇ ਬਾਣੀ ਨੂੰ ਸੁਣਾਂਗੇ। ਸੁਣੀ ਸੱਚੀ ਬਾਣੀ। ਜੇਕਰ ਨਹੀਂ ਪੜ੍ਹ ਸਕਦੇ, ਦੇਖੋ ਗੁਰਦੇਵ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸੁਣਨ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਵੀ ਜੇ 4 ਪੌੜੀਆਂ ਸੁਣਿਆਂ ਦੀਆਂ, ਫਿਰ 4 ਪੌੜੀਆਂ ਮੰਨੇ ਦੀਆਂ ਉਚਾਰਨ ਕੀਤੀਆਂ ਜਪਜੀ ਸਾਹਿਬ ਦੇ ਅੰਦਰ, ਤੇ ਫਿਰ ਜਾ ਕੇ ਜੋ ਕਿ 15ਵੀਂ ਪੌੜੀ ਦੇ ਵਿੱਚ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਗੱਲ ਕੀਤੀ ਗਈ। ਤੇ ਗੁਰਦੇਵ ਪਾਤਸ਼ਾਹ ਨੇ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤਾਤ ਦੇ ਵਿੱਚ ਬਾਣੀ ਸੁਣਨ ਦੀ ਗੱਲ ਕੀਤੀ ਹੈ। ਗੁਰਬਾਣੀ ਨੂੰ ਕਿਉਂਕਿ ਜਿੰਨੀ ਦੇਰ ਤੱਕ ਕੰਨਾਂ ਦੇ ਨਾਲ ਸੁਣਾਂਗੇ ਨਹੀਂ, ਉਨੀ ਦੇਰ ਮਨ ਦੇ ਵਿੱਚ ਗੁਰਬਾਣੀ ਵਸੇਗੀ ਨਹੀਂ। ਆਮ ਤੌਰ ਦੇ ਉੱਤੇ ਜਦੋਂ ਸੰਥਿਆ ਦਿੱਤੀ ਜਾਂਦੀ ਹੈ ਜਾਂ ਗੁਰਬਾਣੀ ਪੜ੍ਹਾਈ ਜਾਂਦੀ ਹੈ ਤੇ ਉਸ ਸਮੇਂ ਉਹਨਾਂ ਨੂੰ ਬਾਰ-ਬਾਰ ਉੱਚੀ ਬੁਲਾਇਆ ਜਾਂਦਾ ਹੈ। ਹੁਣ ਤੇ ਸਮਾਂ ਥੋੜ੍ਹਾ ਜਿਹਾ ਤਬਦੀਲ ਹੋ ਗਿਆ। ਪਹਿਲਾਂ ਜਦੋਂ ਅਸੀਂ ਛੋਟੇ ਹੋਇਆ ਕਰਦੇ, ਸਕੂਲਾਂ ਦੇ ਵਿੱਚ ਪਹਾੜੇ ਉੱਚੀ ਪੜ੍ਹਾਇਆ ਕਰਦੇ ਸਨ, ਜਾਂ ਇੱਕ ਵੱਲੋਂ ਇੱਕ ਬੱਚਾ ਬੋਲਦਾ ਸੀ, ਜੇ ਊੜਾ ਐੜਾ ਬੋਲਣਾ ਤੇ ਇੱਕ ਬੱਚੇ ਨੇ ਬੋਲਣਾ, ਪਿੱਛੇ ਸਾਰੀ ਕਲਾਸ ਨੇ ਊੜਾ ਐੜਾ ਪਿੱਛੇ ਬੋਲਣਾ। ਉਹਦਾ ਕਾਰਨ ਸੀ ਕਿ ਜਿਹੜੀ ਚੀਜ਼ ਬੋਲੋਗੇ ਉਹ ਤੁਹਾਨੂੰ ਸੁਣਨੀ ਵੀ ਚਾਹੀਦੀ ਹੈ। ਜਿਹੜੀ ਚੀਜ਼ ਸੁਣ ਗਈ ਉਹ ਤੁਹਾਡੇ ਮਨ ਦੇ ਵਿੱਚ ਵਸਣੀ ਹੈ। ਉਹ ਤੁਸੀਂ ਜਿੰਨਾ ਮਰਜ਼ੀ ਯਤਨ ਕਰ ਲਵੋ, ਉਹ ਨਹੀਂ ਨਿਕਲੇਗੀ। ਤੇ ਜੇਕਰ ਚੁੱਪ ਕਰਕੇ ਮੁਣ ਕਰਕੇ ਅਸੀਂ ਕਰਦੇ ਗਏ, ਬਾਣੀ ਪੜ੍ਹਨ ਨੂੰ ਮੂੰਹ 'ਚ ਚੁੱਪ ਕਰਕੇ ਪੜ੍ਹ ਗਏ, ਤੇ ਉਹ ਓਨੀ ਦੇਰ ਕੰਨਾਂ ਦੇ ਵਿੱਚ ਉਹ ਚੀਜ਼ ਨਹੀਂ ਵਸਣੀ। ਤੇ ਜਦੋਂ ਵਸੂਗੀ ਨਹੀਂ ਤੇ ਉਹ ਚੀਜ਼ ਭਾਂਡੇ ਦੇ ਵਿੱਚ ਚੀਜ਼ ਪੈਣੀ ਨਹੀਂ। ਉਹ ਤੇ ਫਿਰ ਪੜ ਗੱਡੀ ਲੱਦੀਏ ਵਾਲੀ ਅਵਸਥਾ ਬਣ ਜਾਣੀ ਹੈ। ਸਾਹਿਬ ਕਹਿਣ ਲੱਗੇ ਕਿ ਜਦੋਂ ਅਸੀਂ ਸੁਣਾਂਗੇ ਤੇ ਸਾਰੇ ਦੁੱਖ ਰੋਗ ਸੰਤਾਪ ਦਲਿੱਦਰ ਸਾਰੇ ਦੂਰ ਹੋ ਜਾਣਗੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੰਤ ਸਾਜਨ ਭਏ ਸਰਸੇ, ਜਿਹੜੇ ਗੁਰਸਿੱਖ ਪਿਆਰੇ ਨੇ, ਸੰਤ ਜਨ ਨੇ, ਗੁਰਸਿੱਖ ਪਿਆਰੇ ਜਿਹੜੇ ਪਰਮਾਤਮਾ ਨਾਲ ਮਿਲੇ ਹੋਏ ਨੇ, ਜਿਹੜੇ ਉਹ ਗੁਰਸਿੱਖ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਸੋਝੀ ਪ੍ਰਾਪਤ ਹੋਈ ਹੈ। ਸੰਤ ਸਾਜਨ, ਜਿੰਨੇ ਵੀ ਸੱਜਣ ਬੇਲੀ ਨੇ, ਭਏ ਸਰਸੇ। ਆਮ ਤੌਰ ਦੇ ਉੱਤੇ ਇਸ ਨੂੰ ਆਮ ਤੌਰ 'ਤੇ ਸਰਸੇ ਸ਼ਹਿਰ ਦੇ ਨਾਲ ਸਰਸੇ ਸ਼ਹਿਰ ਦੇ ਨਾਲ ਜੋੜ ਦਿੰਦੇ ਨੇ ਕਈ ਲੋਕੀ ਭੁਲੇਖੇ ਦੇ ਵਸ। ਲੇਕਿਨ ਇਹ ਸ਼ਬਦ ਜਦੋਂ ਅਸੀਂ ਇਸ ਨੂੰ ਕੋਸ਼ਾਂ ਦੇ ਵਿੱਚ ਵਿਚਾਰਦੇ ਹਾਂ, ਸਰਸੇ ਤੋਂ ਭਾਵ ਹੈ ਸਾਹ ਰਸੇ। ਰਸ ਭਾਵ ਕਿ ਜਿਸ ਨੂੰ ਸ਼ਹਿਦ ਇੱਕ ਰਸ ਆ ਜਾਂ ਮੱਖੀ ਇੱਕ ਰਸ ਚੂਸਦੀ ਹੈ, ਉਸ ਇੱਕ 9 ਪ੍ਰਕਾਰ ਦੇ ਰਸ ਹੋਇਆ ਕਰਦੇ ਨੇ ਵਿਦਵਾਨਾਂ ਦੇ ਜੋ ਕੋਸ਼ਾਂ ਦੇ ਵਿੱਚ ਜ਼ਿਕਰ ਆਉਂਦੇ ਨੇ, ਜਿਹਦੇ ਵਿੱਚ ਹਾਸ ਰਸ ਆ, ਸ਼ਿੰਗਾਰ ਰਸ ਆ, ਕਾਵ ਰਸ ਆ, ਕਰੁਣਾ ਰਸ ਆ। ਇਸ ਤਰੀਕੇ ਨਾਲ ਇੱਕ ਰਸ ਆ, ਜ਼ੁਬਾਨ ਦਾ ਰਸ ਹੈ। ਤੇ ਸਾਹਿਬ ਕਹਿਣ ਲੱਗੇ ਸਾਹ ਰਸੇ, ਰਸ ਤੋਂ ਭਾਵ ਹੈ ਨੱਕੋ ਨੱਕ ਜਿਹੜੇ ਭਰ ਜਾਂਦੇ ਨੇ। ਸਾਹ ਰਸੇ ਇੱਕਦਮ ਰਸ ਦੇ ਵਿੱਚ ਆਨੰਦ ਹੋ ਜਾਂਦੇ ਨੇ। ਇਹ ਉਹਨਾਂ ਅਵਸਥਾਵਾਂ ਵਾਲਿਆਂ ਦੀ ਗੱਲ ਕੀਤੀ ਹੈ ਜਿਹੜੇ ਨੱਕੋ ਨੱਕ ਪਰਮਾਤਮਾ ਨਾਲ ਭਰੀਆਂ ਹੋਈਆਂ ਰੂਹਾਂ ਨੇ, ਜਿਹੜੀਆਂ ਇੱਕ ਪਰਮਾਤਮਾ ਦੇ ਨਾਲ ਅਭੇਦ ਹੋ ਜਾਂਦੀਆਂ ਨੇ। ਸਾਹ ਰਸੇ, ਲੇਕਿਨ ਸ਼ਬਦ ਇੱਥੇ ਕੰਨਾ ਨਹੀਂ ਹੈ, ਇਹਨੂੰ ਸਰਸੇ ਹੀ ਪੜ੍ਹਿਆ ਜਾਣਾ ਹੈ। ਤੇ ਜਦੋਂ ਸਰਸੇ ਪੜ੍ਹੇ ਜਾਵਾਂਗੇ, ਇਹ ਸ਼ਹਿਰ ਦਾ ਨਾਂ ਨਹੀਂ ਹੈ, ਬਲਕਿ ਉਹਨਾਂ ਰੂਹਾਂ ਦੀ ਗੱਲ ਕੀਤੀ ਹੈ ਜਿਹੜੀਆਂ ਪਰਮਾਤਮਾ ਦੇ ਵਿੱਚ ਅਭੇਦ ਹੋਈਆਂ ਨੇ। ਉਹ ਪਰਮਾਤਮਾ ਦੇ ਨਾਮ ਦੇ ਵਿੱਚ ਗੁੜੂੰਦੇ ਗਏ ਨੇ, ਨਾਮ ਦੇ ਵਿੱਚ ਉਹ ਅਭੇਦ ਹੋਏ ਪਏ ਨੇ। ਤੇ ਸਾਹਿਬ ਕਹਿਣ ਲੱਗੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ। ਇਹ ਪੂਰੇ ਗੁਰੂ ਦੇ ਦੁਆਰਾ ਜਾਣਿਆ ਜਾਣਾ ਆ। ਇਹ ਆਨੰਦ ਦੇਖੋ, ਚੀਜ਼ ਗ੍ਰਹਿਣ ਕਰ ਲੈਣਾ, ਜਾਂ ਉਦਾਹਰਨ ਤੌਰ ਦੇ ਉੱਤੇ ਇਵੇਂ ਕਹਿ ਲਈਏ ਕਿ ਕਿਸਾਨ ਨੇ ਫਸਲ 6 ਮਹੀਨੇ ਫਸਲ ਨੂੰ ਪੈਦਾ ਕੀਤਾ, ਤੇ ਉਹ ਫਸਲ ਜਦੋਂ ਮੰਡੀ ਲੈ ਕੇ ਜਾਵਾਂਗੇ ਤੇ ਉਹ ਮੰਡੀ ਦੇ ਵਿੱਚ ਜਾ ਕੇ ਆੜ੍ਹਤੀਏ ਨੇ ਉਹਦੀ ਕੀਮਤ ਨਿਰਧਾਰਿਤ ਕਰਨੀ ਹੈ ਕਿ ਇਹਨੂੰ ਕੀਮਤ ਕਿੰਨੀ ਕੁ ਦਿੱਤੀ ਜਾਵੇ। ਉਹਦੀ ਚੀਜ਼ ਦਾ ਮੁੱਲ ਬਾਅਦ ਦੇ ਵਿੱਚ ਲੱਗੇਗਾ।
ਬਸ ਉਸੇ ਤਰੀਕੇ ਦੇ ਨਾਲ ਸੰਸਾਰਿਕ ਤੌਰ ਤੋਂ ਅਧਿਆਤਮਿਕ ਤੌਰ ਦੇ ਉੱਤੇ ਜਦੋਂ ਤੁਰਦੇ ਆ ਨਾ, ਅਸੀਂ ਕਿੰਨਾ ਕੁ ਨਾਮ ਜਪੀਏ, ਕਿੰਨੇ ਕੁ ਪਰਮਾਤਮਾ ਨਾਲ ਗੁੜੂੰਦੇ ਹੋਏ ਆ, ਕਿੰਨੇ ਕੁ ਉਹਦੇ ਵਿੱਚ ਅਭੇਦ ਆ, ਇਹ ਪਰਮਾਤਮਾ ਨੇ ਸਾਡੀ ਕੀਮਤ ਤੈਅ ਕਰਨੀ ਹੈ ਕਿ ਕਿੰਨਾ ਕੁ ਨਾਮ ਦੇ ਵਿੱਚ ਰਤਿਆ ਹੋਇਆ ਹੈ। ਇਹ ਪਰਮਾਤਮਾ ਦੇ ਨਾਮ ਦੇ ਵਿੱਚ ਕਿੰਨਾ ਕੁ ਭੇਦ ਹੋਇਆ ਆ, ਕਿੰਨਾ ਕੁ ਉਹ ਸਾਰ ਰਸੇ ਨੂੰ ਭਾਵ ਕਿ ਕਿਸੇ ਵੀ ਰੂਪ ਦੇ ਵਿੱਚ ਅਸੀਂ ਸ਼ਬਦਾਂ ਨੂੰ ਅਰਥਾਂ ਦੇ ਰੂਪ ਦੇ ਵਿੱਚ ਕਹਿ ਲਈਏ ਕਿ ਕਿੰਨਾ ਕੁ ਪਰਮਾਤਮਾ ਵਿੱਚ ਭੇਦ ਹੋਇਆ ਹੈ, ਪਰਮਾਤਮਾ ਨੇ ਕਿੰਨਾ ਕੁ ਗੁੜੂੰਦਿਆ ਗਿਆ ਆ, ਪਰਮਾਤਮਾ ਨਾਲ ਕਿੰਨੀ ਕੁ ਇਹਦੀ ਮਿਲ ਜੁਲ ਹੈ, ਉਹ ਪਰਮਾਤਮਾ ਨੇ ਤੈਅ ਕਰਨਾ ਹੈ। ਤੇ ਸਾਹਿਬ ਕਹਿਣ ਲੱਗੇ ਜਦੋਂ ਪਰਮਾਤਮਾ ਦੇ ਦਰ ਦੇ ਉੱਤੇ ਪੂਰੇ ਗੁਰ ਤੇ ਜਾਣੇ, ਗੁਰੂ ਦੇ ਦੁਆਰਾ ਜਾਣਿਆ ਜਾਣਾ ਆ, ਕਿੰਨੀ ਕੁ ਕਮਾਈ ਕੀਤੀ ਹੈ, ਕਿੰਨਾ ਕੁ ਨਾਮ ਸਿਮਰਨ ਕੀਤਾ ਹੈ, ਇਹ ਗੁਰੂ ਦੇ ਦੁਆਰਾ ਜਾਣਿਆ ਜਾਵੇਗਾ। ਤੇ ਜਦੋਂ ਆਨੰਦ ਸਾਹਿਬ ਦੀ ਗੱਲ ਕਰਦੇ, ਸਾਹਿਬ ਕਹਿੰਦੇ ਸੁਣ ਤੇ ਪੁਨੀਤ ਕਹਤੇ ਪਵਿੱਤ। ਸਾਹਿਬ ਕਹਿੰਦੇ ਗੁਰਬਾਣੀ, ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਪਹਿਲੀ ਗੱਲ ਸੁਣਨ ਦੇ ਨਾਲ, ਸੁਣ ਤੇ ਪੁਨੀਤ, ਪੁਨੀਤ ਤੋਂ ਭਾਵ ਹੈ ਜਿਹਦੇ ਜਿੰਨੇ ਗਲਤ ਕਾਰਜ ਕੀਤੇ ਹੋਏ ਨੇ ਉਹ ਪੁਨੀਤ ਕਰ ਦੇਵੇਗਾ, ਪਵਿੱਤਰ ਕਰ ਦੇਵੇਗਾ। ਜ਼ਿੰਦਗੀ ਦੇ ਅੰਦਰ ਜਿੰਨੇ ਅਵਗੁਣ ਕੀਤੇ ਨਾ, ਉਹ ਗੁਨਾਹਾਂ ਨੂੰ ਪਰਮਾਤਮਾ ਪਹਿਲੀ ਗੱਲ ਧੋਵੇਗਾ, ਪੁਨੀਤ ਕਰ ਦੇਵੇਗਾ, ਪਵਿੱਤਰ ਸਾੜ ਦੇਵੇਗਾ, ਪੁਨੀਤ ਕਰ ਦੇਵੇਗਾ। ਕਹਤੇ ਪਵਿੱਤ, ਫਿਰ ਜਦੋਂ ਕਵੇਗਾ ਪਰਮਾਤਮਾ ਆਨੰਦ ਸਾਹਿਬ ਦੀ ਬਾਣੀ ਨੂੰ ਜੀਵ ਪੜ੍ਹੇਗਾ ਤੇ ਫਿਰ ਉਹ ਪਵਿੱਤਰ ਹੋਵੇਗਾ। ਪਹਿਲਾਂ ਮੈਲ ਲਾਵੇਗੀ, ਪਾਪ ਲੈਣਗੇ ਤੇ ਫਿਰ ਉਹ ਪਵਿੱਤਰ ਹੋਵੇਗਾ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਪ੍ਰਭੂ ਪਰਮਾਤਮਾ ਤੇ ਆਨੰਦ ਦੇ ਵਿੱਚ ਭਰਪੂਰ ਹੈ, ਭਾਵ ਕਿ ਭਰਪੂਰ ਅਸੀਂ ਉਸ ਨੂੰ ਆਖਦੇ ਹਾਂ ਜਿਹੜਾ ਨੱਕੋ ਨੱਕ ਭਰਿਆ ਹੋਵੇ। ਉਹ ਬਰਤਨ ਜਿਵੇਂ ਪਾਣੀ ਦੇ ਬਰਤਨ ਹੋਵੇ ਜਿਹੜਾ ਬਿਲਕੁਲ ਪੂਰਾ ਹੋਇਆ ਨਾ, ਅਸੀਂ ਆਖਦੇ ਭਰਪੂਰ ਹੋਇਆ ਪਿਆ ਹੈ। ਜਾਂ ਕੋਈ ਫਸਲ ਖੇਤ ਦੇ ਵਿੱਚ ਪੂਰੀ ਐਨ ਭਰੀ ਹੋਈ ਹੈ, ਭਰਪੂਰ ਫਸਲ ਹੋਈ ਹੈ, ਉਸੀ ਨੂੰ ਸਾਹਿਬ ਕਹਿਣ ਲੱਗੇ ਜਦੋਂ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਜੀਵ ਭਰਪੂਰ ਹੋ ਜਾਂਦਾ ਹੈ, ਉਸ ਦੀ ਗੱਲ ਕੀਤੀ ਹੈ। ਸਤਿਗੁਰ ਰਹਿਆ ਭਰਪੂਰੇ, ਪਰਮਾਤਮਾ ਆਪ ਵੀ ਭਰਪੂਰ ਹੈ ਤੇ ਜਿਹੜਾ ਉਹਦਾ ਨਾਮ ਜਪਦਾ ਫਿਰ ਉਹਨੂੰ ਵੀ ਉਹ ਭਰਪੂਰ ਕਰ ਦਿੰਦਾ ਹੈ। ਜਿਹੜਾ ਉਸ ਪਰਮਾਤਮਾ ਦੇ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ, ਆਨੰਦ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ, ਸੁਣਨੀ ਸ਼ੁਰੂ ਕਰ ਦਿੰਦਾ ਹੈ, ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਮੈਂ ਉਹਨੂੰ ਭਰਪੂਰ ਕਰ ਦੂੰਗਾ, ਨੱਕੋ ਨੱਕ ਖੁਸ਼ੀਆਂ ਦੇ ਨਾਲ, ਚਾਓ ਦੇ ਨਾਲ, ਉਹਦੀਆਂ ਮਨ ਦੀਆਂ ਇੱਛਾਵਾਂ ਦੇ ਨਾਲ ਉਹਨੂੰ ਮੈਂ ਭਰਪੂਰ ਕਰ ਦਊਂਗਾ। ਉਹਦੀ ਕੋਈ ਇੱਛਾ ਰਹਿ ਨਹੀਂ ਜਾਵੇਗੀ, ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੂੰਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਾਹਿਬ ਆਨੰਦ ਸਾਹਿਬ ਜੀ ਦੀ ਅਖੀਰਲੀ ਪੰਕਤੀ ਅੰਦਰ ਬਚਨ ਕਰਨ ਲੱਗੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਹੇ ਪ੍ਰਭੂ ਪਰਮਾਤਮਾ, ਬਿਨਵੰਤ ਤੋਂ ਭਾਵ ਹੈ ਮੈਂ ਬੇਨਤੀ ਕਰਦਾ ਹਾਂ, ਹੇ ਪਰਮਾਤਮਾ ਮੇਰੀ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਗੁਰੂ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਦਾ, ਚਰਨ ਲਾਗੇ। ਵਾਜੇ ਅਨਹਦ ਤੂਰੇ, ਹੇ ਪਰਮਾਤਮਾ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਮੈਨੂੰ ਤੂੰ ਹੀ ਹਰੇਕ ਚੀਜ਼ ਦੱਸੀ ਹੈ, ਲੇਕਿਨ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਕਿ ਆਨੰਦ ਦੀ ਬਾਣੀ ਪੜ੍ਹਦੇ ਹਾਂ ਆਨੰਦ ਦੀ ਅਵਸਥਾ 'ਚ ਪਹੁੰਚਦੇ ਹਾਂ ਮੇਰੇ ਹਿਰਦੇ ਦੇ ਅੰਦਰ ਜਿਹੜੇ 5 ਵਾਜੇ ਵੱਜਦੇ ਨੇ ਨਾ, ਜਿਹੜੇ ਜੋਗੀ ਵਜਾਉਣ ਦੀ ਜਿਵੇਂ ਪਿੱਛੇ ਗੱਲ ਕੀਤੀ ਸੀ, ਵਾਜੇ 5 ਸ਼ਬਦ ਘਰ ਸੋ ਭਾਗੈ, ਉਹਨਾਂ ਦੀ ਗੱਲ ਕੀਤੀ। ਸਾਹਿਬ ਕਹਿਣ ਲੱਗੇ ਹੇ ਪ੍ਰਭੂ ਪਰਮਾਤਮਾ ਜਿਹੜੇ ਜੋਗੀ ਲੋਕ ਸਾਰੀਆਂ ਉਮਰਾਂ ਲੰਘਾਉਂਦਿਆਂ ਹੋਇਆਂ 5 ਵਾਜੇ ਵਜਾਉਣ ਵਾਸਤੇ ਔਖੇ ਰਹਿੰਦੇ ਨੇ, ਉਹ ਆਪਣੇ ਆਪ ਵਾਜੇ ਹਿਰਦੇ 'ਚ ਵੱਜਣੇ ਸ਼ੁਰੂ ਕਰਦੇ, ਭਾਵ ਕਿ ਦਸਮ ਦੁਆਰ ਦੇ ਵਿੱਚ ਪਹੁੰਚਾ ਦੇ। ਪਰਮਾਤਮਾ ਜੀ ਆਪਣੇ ਦਰ ਦੇ ਉੱਤੇ ਪ੍ਰਵਾਨ ਕਰਕੇ ਆਨੰਦ ਦੇ ਵਿੱਚ ਐਸੀ ਬਿਰਤੀ ਬਣਾ ਦੇ ਕਿ ਤੇਰੇ ਚਰਨਾਂ ਦੇ ਨਾਲ ਜੁੜਿਆ ਰਵਾਂ। ਤੇ ਜਦੋਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਾਂਗੇ, ਬਿਨਵੰਤ ਨਾਨਕ ਗੁਰ ਚਰਨ ਲਾਗੇ,
ਗੁਰੂ ਦੇ ਚਰਨਾਂ ਦੇ ਨਾਲ ਜਦੋਂ ਜੁੜ ਗਏ, ਗੁਰੂ ਦੇ ਬਚਨਾਂ ਦੇ ਨਾਲ ਜੁੜ ਗਏ, ਤੇ ਫਿਰ ਖੁਸ਼ੀ ਦੇ ਚਾਉ ਦੇ ਗੀਤ ਪ੍ਰਭੂ ਪਰਮਾਤਮਾ ਆਪਣੇ ਆਪ ਵਜਾਉਣੇ ਸ਼ੁਰੂ ਕਰ ਦੇਵੇਗਾ। ਹਿਰਦੇ ਦੇ ਅੰਦਰ ਚਾਉ ਬਣ ਆਵੇਗਾ, ਖੇੜਾ ਬਣ ਆਵੇਗਾ। ਜਿਹੜੀ ਗੱਲ ਸ਼ੁਰੂਆਤ ਦੇ ਉੱਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕੀਤੀ ਸੀ ਨਾ, ਆਨੰਦ ਪਿਆ। ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਉਹ ਚੀਜ਼ਾਂ ਜਦੋਂ ਵਧਾਈਆਂ ਫਿਰ ਇੱਥੇ ਆਣ ਕੇ ਮਿਲਣੀਆਂ ਸ਼ੁਰੂ ਹੋਣਗੀਆਂ। ਜਦੋਂ ਆਨੰਦ ਦੀ ਅਵਸਥਾ, ਉਹ ਪਹਿਲੀ ਅਵਸਥਾ ਸੀ, ਤੇ ਇਹ 40ਵੀਂ ਪੌੜੀ ਦੇ ਅੰਦਰ, ਅਖੀਰਲੀ ਪੌੜੀ ਦੇ ਅੰਦਰ ਸਾਹਿਬਾਂ ਨੇ ਉਹ ਅਵਸਥਾ ਦੱਸ ਦੇਣਾ ਕੀਤੀ ਕਿ ਆਨੰਦ ਦੀ ਬਾਣੀ ਨੂੰ ਪੜ੍ਹਦੇ ਹਾਂ ਜਦੋਂ ਆਨੰਦ ਦੀ ਬਾਣੀ ਨੂੰ ਵਿਚਾਰਾਂਗੇ ਤੇ ਜੀਵਨ ਦੇ ਅੰਦਰ ਇਹ ਸਾਰੀਆਂ ਅਵਸਥਾ ਤੇਰੇ ਜੀਵਨ 'ਚ ਇਹ ਗੁਰਸਿੱਖਾ ਬਣ ਆਉਣਗੀਆਂ। ਜਿਉਂ-ਜਿਉਂ ਤੇਰੇ ਜੀਵਨ ਦੇ ਅੰਦਰ ਇਹ ਅਵਸਥਾ ਬਣੀਆਂ, ਜਿਉਂ-ਜਿਉਂ ਤੇਰੇ ਜੀਵਨ ਦੇ ਵਿੱਚ ਇਹ ਬਦਲਾਅ ਆਏ, ਜਿਉਂ-ਜਿਉਂ ਤੇਰੇ ਜੀਵਨ ਦੇ ਅੰਦਰ ਤਬਦੀਲੀਆਂ ਆਈਆਂ, ਤੇਰਾ ਜੀਵਨ ਐਸਾ ਬਣ ਜਾਵੇਗਾ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵੇਗਾ। ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸੇ ਵਾਲੀ ਅਵਸਥਾ ਬਣ ਜਾਵੇਗੀ। ਤੇ ਉਹ ਅਵਸਥਾ ਜੀਵਨ ਦੇ ਅੰਦਰ ਬਣਾ, ਫਿਰ ਅਵਸਥਾ ਬਣੇਗੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਫਿਰ ਪਰਮਾਤਮਾ ਦੇ ਵਿੱਚ ਆਤਮਿਕ ਤੌਰ ਦੇ ਉੱਤੇ ਜੋਤ ਤੇਰੀ ਪਰਮਾਤਮਾ ਦੇ ਨਾਲ ਜੁੜ ਜਾਵੇਗੀ। ਫਿਰ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵੇਗਾ। ਸੱਚੇ ਪਾਤਸ਼ਾਹ ਰਹਿਮਤ ਕਰਨ ਉਹ ਅਵਸਥਾ ਸਾਡੇ ਜੀਵਨ ਦੇ ਵਿੱਚ ਬਣ ਆਵੇ, ਤਾਂ ਕਿ ਇਹ ਜੋ ਮਨੁੱਖਾ ਜੀਵਨ ਮਿਲਿਆ ਹੈ, ਇਸ ਜੀਵਨ ਨੂੰ ਸਫਲਿਆਂ ਕਰਦਿਆਂ ਹੋਇਆਂ ਮਾਲਿਕ ਦਾਤਾਰ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੀਏ, ਤਾਂ ਕਿ ਮਾਲਿਕ ਦਰ ਦੇ ਉੱਤੇ ਮੁਖ ਉਜਲਾ ਕਰਕੇ ਲਿਜਾਣ ਦੇ ਯੋਗ ਹੋ ਸਕੀਏ। ਪਰਮਾਤਮਾ ਦੇ ਦਰ ਦੇ ਉੱਤੇ ਸੱਚੇ ਪਾਤਸ਼ਾਹ ਸਾਡੀਆਂ ਹਾਜ਼ਰੀਆਂ, ਸਾਡੀਆਂ ਸੇਵਾਵਾਂ, ਸਾਡੀਆਂ ਭੇਟਾਵਾਂ ਆਪਣੇ ਦਰ ਦੇ ਉੱਤੇ ਪ੍ਰਵਾਨ ਕਰਨ, ਤਾਂ ਕਿ ਜਿਹੜੀਆਂ ਸਵਾਸਾਂ ਦੀ ਪੂੰਜੀ ਪਤਾ ਨਹੀਂ ਕਿਹੜੇ ਵੇਲੇ ਕਿਸੇ ਦੀ ਖਤਮ ਹੋ ਜਾਣੀ ਹੈ, ਤੇ ਇਸ ਸਵਾਸਾਂ ਨੂੰ, ਇਹਨਾਂ ਸਮਿਆਂ ਨੂੰ, ਇਸ ਘੜੀ ਨੂੰ, ਇਹਨਾਂ ਪਲਾਂ ਨੂੰ ਗੁਰੂ ਦੇ ਦਰ ਦੇ ਉੱਤੇ ਜਿਹੜਾ ਬਤੀਤ ਕਰਦੇ ਆ, ਸੱਚੇ ਪਾਤਸ਼ਾਹ ਆਪਣੇ ਲੇਖੇ ਦੇ ਵਿੱਚ ਲਾ ਦੇਣ, ਤਾਂ ਕਿ ਮਨੁੱਖਾ ਜੀਵਨ ਸਫਲਾ ਕਰਦੇ ਆਇਆ ਮਾਲਕ ਦਰ ਦੇ ਉੱਤੇ ਪ੍ਰਵਾਨ ਦੇ ਹੋਣ ਯੋਗ ਹੋ ਸਕੀਏ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਆਨੰਦ ਸਾਹਿਬ ਜੀ ਦੀ ਬਾਣੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਹੋਈਆਂ ਨੇ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ